ਹੈਲੋ ਬੱਚੋ, ਕਿਵੇਂ ਹੋ ਸਾਰੇ? ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਬੱਚੋ, ਅੱਜ ਆਪਾਂ ਪੜ੍ਹਨਾ ਹੈ 6ਵੀਂ ਕਲਾਸ ਗ੍ਰਹਿ ਵਿਗਿਆਨ ਦਾ ਪਾਠ ਦੂਜਾ, ਭੋਜਨ ਦੇ ਕੰਮ, ਤੱਤ ਅਤੇ ਉਹਨਾਂ ਦੇ ਸੋਮੇ। ਭੋਜਨ ਤੋਂ ਬਿਨਾਂ ਕੋਈ ਵੀ ਜੀਵ ਜਿਉਂਦਾ ਨਹੀਂ ਰਹਿ ਸਕਦਾ। ਇਸ ਲਈ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। ਆਪਾਂ ਭੋਜਨ ਨੂੰ ਪੈਦਾ ਕਰਨ, ਖਰੀਦਣ, ਸੰਭਾਲਣ ਅਤੇ ਖਾਣਾ ਪਕਾਉਣ 'ਤੇ ਵੀ ਬਹੁਤ ਪੈਸਾ ਖਰਚ ਕਰਦੇ ਹਾਂ। ਹੁਣ ਆਪਾਂ ਬੁੱਕ ਵਿੱਚੋਂ ਪਾਠ ਪੜ੍ਹਾਂਗੇ। ਭੋਜਨ ਹਰ ਇੱਕ ਜੀਵ ਦੀ ਜਾਨ ਹੈ। ਸੰਸਾਰ ਵਿੱਚ ਕੋਈ ਵੀ ਜੀਵ ਖੁਰਾਕ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ। ਉਚਿਤ ਭੋਜਨ ਤੋਂ ਬਿਨਾਂ ਸਰੀਰ ਦਾ ਵਿਕਾਸ ਠੀਕ ਤਰ੍ਹਾਂ ਨਹੀਂ ਹੋ ਸਕਦਾ। ਅਸੀਂ ਖੁਰਾਕ ਪੈਦਾ ਕਰਨ, ਖਰੀਦਣ, ਸੰਭਾਲਣ ਅਤੇ ਖਾਣਾ ਪਕਾਉਣ 'ਤੇ ਹੀ ਵੀ ਬਹੁਤ ਸਮਾਂ ਖਰਚ ਕਰਦੇ ਹਾਂ। ਭੋਜਨ ਜਿਹੜਾ ਹੈ ਆਪਣੇ ਸਰੀਰ ਵਿੱਚ ਕਈ ਕੰਮ ਕਰਦਾ ਹੈ, ਜਿਵੇਂ ਕਿ ਸਰੀਰਕ ਵਿਕਾਸ ਅਤੇ ਤੰਤੂਆਂ ਦੀ ਮੁਰੰਮਤ ਕਰਨਾ। ਜਨਮ ਦੇ ਸਮੇਂ ਤੁਸੀਂ ਵੇਖਿਆ ਹੀ ਹੈ ਕਿ ਬੱਚਾ ਛੋਟਾ ਜਿਹਾ ਹੀ ਹੁੰਦਾ ਹੈ। ਹੌਲੀ ਹੌਲੀ ਦੁੱਧ ਪੀ ਕੇ, ਖਾਣਾ ਖਾ ਕੇ ਉਹ ਵੱਡਾ ਹੁੰਦਾ ਜਾਂਦਾ ਹੈ। ਉਸ ਦਾ ਜਿਹੜਾ ਹੈਗਾ ਸਰੀਰਕ ਵਿਕਾਸ ਹੁੰਦਾ ਜਾਂਦਾ ਹੈ। ਆਪਣਾ ਜਿਹੜਾ ਸਰੀਰ ਹੈ ਉਹ ਸੈੱਲ ਤੋਂ ਮਿਲ ਕਰ ਬਣਿਆ ਹੁੰਦਾ ਹੈ। ਜਦੋਂ ਆਪਾਂ ਸੌਂਦੇ, ਖੇਡਦੇ, ਜਾਗਦੇ ਸਮੇਂ ਕੋਈ ਕੰਮ ਕਰਦੇ ਹਾਂ ਤਾਂ ਇਹ ਸੈੱਲ ਟੁੱਟ ਜਾਂਦੇ ਹਨ। ਇਹਨਾਂ ਦੀ ਮੁਰੰਮਤ ਕਰਨ ਅਤੇ ਨਵੇਂ ਸੈੱਲ ਬਣਾਉਣ ਲਈ ਭੋਜਨ ਦੀ ਲੋੜ ਪੈਂਦੀ ਹੈ। ਹੁਣ ਪੜ੍ਹਨਾ ਹੈ ਭੋਜਨ ਦੇ ਕੰਮ। ਪਹਿਲਾ ਕੰਮ, ਸਰੀਰ ਦਾ ਵਿਕਾਸ ਅਤੇ ਤੰਤੂਆਂ ਦੀ ਮੁਰੰਮਤ ਕਰਨਾ। ਸਾਡਾ ਸਰੀਰ ਜਨਮ ਤੋਂ ਲੈ ਕੇ ਕੁਝ ਸਾਲਾਂ ਤੱਕ ਲਗਾਤਾਰ ਵੱਧਦਾ ਰਹਿੰਦਾ ਹੈ। ਜਨਮ ਤੋਂ ਬਾਅਦ ਬੱਚੇ ਦੇ ਸਾਰੇ ਅੰਗਾਂ ਦਾ ਵਿਕਾਸ ਹੁੰਦਾ ਹੈ। ਇਸ ਵਿਕਾਸ ਦੇ ਕਾਰਨ ਹੀ ਬੱਚੇ ਦੀਆਂ ਹੱਡੀਆਂ ਅਤੇ ਸਰੀਰ ਦਾ ਆਕਾਰ ਤਕਰੀਬਨ 20 ਸਾਲ ਦੀ ਉਮਰ ਤੱਕ ਪੂਰਾ ਹੋ ਜਾਂਦਾ ਹੈ ਅਤੇ ਫਿਰ ਬੱਚਾ ਬਾਲਗ ਅਖਾਉਂਦਾ ਹੈ। ਸਰੀਰ ਦੇ ਵਿਕਾਸ ਲਈ ਨਵੇਂ ਤੰਤੂਆਂ ਦੇ ਬਣਨ ਅਤੇ ਪੁਰਾਣੇ ਤੰਤੂਆਂ ਦੀ ਮੁਰੰਮਤ ਲਈ ਜਿਹੜੇ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਉਹ ਸਾਰੇ ਸਾਨੂੰ ਭੋਜਨ ਤੋਂ ਹੀ ਮਿਲਦੇ ਹਨ। ਸੁੱਤੇ ਹੋਏ ਅਤੇ ਖੇਡਦੇ ਜਾਗਦੇ ਸਮੇਂ ਸਾਡਾ ਸਰੀਰ ਜਿਹੜੇ ਵੀ ਕੰਮ ਕਰਦਾ ਹੈ ਉਸ ਨਾਲ ਸਾਡੇ ਸਰੀਰ ਦੇ ਤੰਤੂ ਟੁੱਟਦੇ ਅਤੇ ਘਟਦੇ ਰਹਿੰਦੇ ਹਨ। ਟੁੱਟੇ ਹੋਏ ਸੈੱਲਾਂ ਦੀ ਮੁਰੰਮਤ ਲਈ ਅਤੇ ਨਵੇਂ ਸੈੱਲਾਂ ਦੇ ਨਿਰਮਾਣ ਲਈ ਪ੍ਰੋਟੀਨ ਵਾਲੇ ਭੋਜਨ ਦੀ ਲੋੜ ਹੈ। ਭੋਜਨ ਦੇ ਨਾਲ ਨਵੇਂ ਤੰਤੂ ਬਣਦੇ ਹਨ, ਜਿਸ ਕਾਰਨ ਸਰੀਰ ਦਾ ਭਾਰ ਵੀ ਵੱਧ ਜਾਂਦਾ ਹੈ ਅਤੇ ਜੇਕਰ ਲੋੜ ਤੋਂ ਵੱਧ ਭੋਜਨ ਖਾਧਾ ਜਾਵੇ ਤਾਂ ਆਦਮੀ ਮੋਟਾ ਹੋ ਜਾਂਦਾ ਹੈ। ਦੂਸਰਾ ਜਿਹੜਾ ਕੰਮ ਹੈ ਉਹ ਹੈ ਸਰੀਰ ਨੂੰ ਤਾਕਤ ਦੇਣਾ। ਭੋਜਨ ਜਿਹੜਾ ਹੈ ਆਪਣੇ ਸਰੀਰ ਨੂੰ ਕੋਈ ਵੀ ਕੰਮ ਕਰਨ ਦੀ ਤਾਕਤ ਦਿੰਦਾ ਹੈ। ਆਪਣੇ ਸਰੀਰ ਦੇ ਅੰਦਰ ਦੇ ਕੰਮ ਜਿਵੇਂ ਭੋਜਨ ਪਚਾਉਣਾ, ਖੂਨ ਦਾ ਦੌਰਾ, ਸਾਹ ਲੈਣਾ ਆਦਿ ਕੰਮ ਕਰਨ ਦੀ ਤਾਕਤ ਵੀ ਭੋਜਨ ਤੋਂ ਹੀ ਮਿਲਦੀ ਹੈ। ਜੇਕਰ ਭੋਜਨ ਨਹੀਂ ਖਾਵਾਂਗੇ ਤਾਂ ਸਰੀਰ ਕਮਜ਼ੋਰ ਹੋ ਜਾਵੇਗਾ ਅਤੇ ਜਲਦੀ ਥੱਕ ਵੀ ਜਾਵੇਗਾ। ਦੂਸਰਾ ਹੈ ਸਰੀਰ ਨੂੰ ਕੰਮ ਕਰਨ ਦੀ ਤਾਕਤ ਦੇਣਾ। ਸਾਡਾ ਸਰੀਰ ਹਰ ਵਕਤ ਕਿਸੇ ਨਾ ਕਿਸੇ ਕੰਮ ਵਿੱਚ ਰੁੱਝਾ ਰਹਿੰਦਾ ਹੈ। ਇੱਥੋਂ ਤੱਕ ਜਦੋਂ ਕਿ ਸੁੱਤੇ ਹੀ ਹੋਈਏ ਤਾਂ ਸਾਡੇ ਅੰਦਰੂਨੀ ਅੰਗ ਕੰਮ ਕਰਦੇ ਰਹਿੰਦੇ ਹਨ, ਜਿਵੇਂ ਕਿ ਖੂਨ ਸਰੀਰ ਵਿੱਚ ਦੌਰਾ ਕਰਦਾ ਰਹਿੰਦਾ ਹੈ, ਸਾਹ ਲੈਣ ਦੀ ਕਿਰਿਆ ਅਤੇ ਪਾਚਨ ਕਿਰਿਆ ਆਦਿ ਹੁੰਦੀ ਹੈ। ਇਸ ਤੋਂ ਇਲਾਵਾ ਜਾਗਦੇ ਸਮੇਂ ਕਈ ਤਰ੍ਹਾਂ ਦੀਆਂ ਕਿਰਿਆਵਾਂ ਜਿਵੇਂ ਕਿ ਖਾਣਾ ਚੱਲਣਾ, ਦੌੜਨਾ ਜਾਂ ਹੋਰ ਕਈ ਕੰਮ ਕਰਦੇ ਹਾਂ, ਜਿਸ ਕਾਰਨ ਸਾਡੇ ਸਰੀਰ ਦੇ ਅੰਗ ਹਿਲਦੇ ਜੁਲਦੇ ਰਹਿੰਦੇ ਹਨ। ਇਹ ਸਾਰੇ ਕੰਮ ਕਰਨ ਲਈ ਸਾਨੂੰ ਗਰਮੀ ਅਤੇ ਤਾਕਤ ਦੀ ਲੋੜ ਹੁੰਦੀ ਹੈ, ਜਿਹੜੀ ਕਿ ਸਾਨੂੰ ਭੋਜਨ ਤੋਂ ਹੀ ਮਿਲਦੀ ਹੈ। ਇੱਕ ਦਿਨ ਦੇ ਵਰਤ ਤੋਂ ਬਾਅਦ ਹੀ ਆਦਮੀ ਨਿਢਾਲ ਹੋ ਜਾਂਦਾ ਹੈ ਅਤੇ ਉਸ ਵਿੱਚ ਕੰਮ ਕਰਨ ਦੀ ਸ਼ਕਤੀ ਘਟ ਜਾਂਦੀ ਹੈ। ਤੀਸਰਾ ਜਿਹੜਾ ਕੰਮ ਹੈ ਆਪਣੀ ਜਿਹੜੀ ਸਰੀਰਕ ਕਿਰਿਆਵਾਂ ਹੈ ਉਹਨਾਂ ਨੂੰ ਠੀਕ ਢੰਗ ਨਾਲ ਚਲਾਉਣਾ, ਆਪਾਂ ਨੂੰ ਬਿਮਾਰੀਆਂ ਤੋਂ ਬਚਾਉਣਾ। ਤੀਸਰਾ ਕੰਮ ਹੈ ਸਰੀਰ ਕਿਰਿਆਵਾਂ ਨੂੰ ਠੀਕ ਢੰਗ ਨਾਲ ਚਲਾਉਣਾ। ਭੋਜਨ ਦਾ ਸਿਹਤ ਨਾਲ ਸਿੱਧਾ ਸੰਬੰਧ ਹੈ। ਇਹ ਸਾਡੇ ਸਰੀਰ ਦੀਆਂ ਅੰਦਰੂਨੀ ਕਿਰਿਆਵਾਂ ਨੂੰ ਠੀਕ ਰੱਖਦਾ ਹੈ, ਸਰੀਰ ਦੇ ਬਰਾਬਰ ਤਾਪਮਾਨ ਨੂੰ ਕਾਇਮ ਰੱਖਦਾ ਹੈ। ਰੋਗਾਂ ਤੋਂ ਸਾਡੇ ਸਰੀਰ ਦਾ ਬਚਾਅ ਕਰਨ ਦੀ ਸ਼ਕਤੀ ਵੀ ਭੋਜਨ ਤੋਂ ਹੀ ਪ੍ਰਾਪਤ ਹੁੰਦੀ ਹੈ। ਹੁਣ ਆਪਾਂ ਭੋਜਨ ਦੇ ਪੌਸ਼ਟਿਕ ਤੱਤ ਅਤੇ ਉਹਨਾਂ ਦੇ ਸੋਮੇ ਬਾਰੇ ਪੜ੍ਹਨਾ ਹੈ। ਭੋਜਨ ਦੇ ਵਿੱਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਹੁੰਦੇ ਹੈ, ਜਿਵੇਂ ਕਾਰਬੋਹਾਈਡਰੇਟ, ਪ੍ਰੋਟੀਨ, ਚਿਕਨਾਈ, ਖਣਿਜ ਲੂਣ, ਵਿਟਾਮਿਨ ਅਤੇ ਪਾਣੀ। ਇਹਨਾਂ ਦੇ ਅਲੱਗ-ਅਲੱਗ ਕੰਮ ਹੁੰਦੇ ਹਨ, ਜਿਵੇਂ ਤਾਕਤ ਦੇਣਾ, ਤੰਤੂਆਂ ਦੀ ਮੁਰੰਮਤ ਕਰਨਾ, ਬਿਮਾਰੀਆਂ ਤੋਂ ਬਚਾਉਣਾ। ਇਹ ਸਾਰੇ ਪੌਸ਼ਟਿਕ ਤੱਤ ਆਪਾਂ ਨੂੰ ਇੱਕ ਭੋਜਨ ਵਿੱਚ ਨਹੀਂ ਮਿਲਦੇ, ਇਸ ਲਈ ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਭੋਜਨ ਖਾਣਾ ਪੈਂਦਾ ਹੈ। ਹੁਣ ਪੜ੍ਹਾਂਗੇ ਭੋਜਨ ਦੇ ਤੱਤ ਅਤੇ ਉਹਨਾਂ ਦੇ ਸੋਮੇ। ਸਾਡਾ ਸਰੀਰ ਕਈ ਰਸਾਇਣਿਕ ਤੱਤਾਂ ਦੇ ਮੇਲ ਨਾਲ ਬਣਿਆ ਹੋਇਆ ਹੈ। ਇਹਨਾਂ ਵਿੱਚੋਂ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ, ਚੂਨਾ, ਫਾਸਫੋਰਸ, ਲੋਹਾ, ਸੋਡੀਅਮ ਆਦਿ ਮਹੱਤਵਪੂਰਨ ਹਨ। ਭੋਜਨ ਦੇ ਪੌਸ਼ਟਿਕ ਤੱਤਾਂ ਨੂੰ ਕੰਮ ਦੇ ਆਧਾਰ 'ਤੇ 6 ਅੱਡ-ਅੱਡ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਪ੍ਰੋਟੀਨ, ਦੂਜਾ ਕਾਰਬੋਹਾਈਡਰੇਟ, ਤੀਜਾ ਚਿਕਨਾਈ,
ਚੌਥਾ ਖਣਿਜ ਲੂਣ, ਪੰਜਵਾਂ ਵਿਟਾਮਿਨ, ਛੇਵਾਂ ਪਾਣੀ। ਭੋਜਨ ਦੇ ਇਹਨਾਂ ਤੱਤਾਂ ਤੋਂ ਹੀ ਸਾਡੇ ਸਰੀਰ ਨੂੰ ਗਰਮੀ ਤੇ ਸ਼ਕਤੀ ਮਿਲਦੀ ਹੈ। ਸਰੀਰ ਦੇ ਨਵੇਂ ਤੰਤੂਆਂ ਦਾ ਨਿਰਮਾਣ ਅਤੇ ਪੁਰਾਣੇ ਤੰਤੂਆਂ ਦੀ ਮੁਰੰਮਤ ਹੁੰਦੀ ਹੈ। ਇਹ ਸਾਰੇ ਤੱਤ ਕਿਸੇ ਵੀ ਇੱਕ ਭੋਜਨ ਵਿੱਚ ਨਹੀਂ ਪਾਏ ਜਾਂਦੇ, ਇਸ ਲਈ ਸਾਨੂੰ ਅਲੱਗ-ਅਲੱਗ ਤਰ੍ਹਾਂ ਦੇ ਭੋਜਨ ਖਾਣੇ ਚਾਹੀਦੇ ਹਨ ਤਾਂ ਕਿ ਸਰੀਰ ਵਿੱਚ ਕਿਸੇ ਤੱਤ ਦੀ ਕਮੀ ਨਾ ਹੋ ਸਕੇ। ਪ੍ਰੋਟੀਨ ਪੌਸ਼ਟਿਕ ਤੱਤ ਜਿਹੜਾ ਹੈ ਉਹ ਆਪਣੇ ਟੁੱਟੇ ਹੋਏ ਤੰਤੂਆਂ ਦੀ ਮੁਰੰਮਤ ਕਰਦਾ ਹੈ ਅਤੇ ਸਰੀਰ ਦਾ ਵਾਧਾ ਕਰਦਾ ਹੈ। ਇਹ ਆਪਾਂ ਨੂੰ ਦੁੱਧ, ਸੋਇਆਬੀਨ, ਮੂੰਗਫਲੀ, ਰਾਜਮਾ, ਦਾਲਾਂ, ਮਟਰ, ਮੀਟ, ਮਾਸ, ਮੱਛੀ, ਅੰਡਾ ਆਦਿ ਤੋਂ ਮਿਲਦਾ ਹੈ। ਕਾਰਬੋਹਾਈਡਰੇਟ ਇਹ ਆਪਣੇ ਸਰੀਰ ਨੂੰ ਊਰਜਾ ਦਿੰਦਾ ਹੈ, ਤਾਕਤ ਦਿੰਦਾ ਹੈ, ਜਿਸ ਨਾਲ ਆਪਾਂ ਸਾਰੇ ਕੰਮ ਕਰ ਸਕਦੇ ਹਾਂ। ਇਹ ਆਪਾਂ ਨੂੰ ਅਨਾਜ, ਚੌਲ, ਕਣਕ, ਸ਼ੱਕਰਕੰਦੀ, ਆਲੂ, ਕੇਲੇ, ਗੁੜ, ਸ਼ੱਕਰ, ਸ਼ਹਿਦ ਆਦਿ ਤੋਂ ਮਿਲਦਾ ਹੈ। ਫਿਰ ਹੈ ਚਿਕਨਾਈ ਪੌਸ਼ਟਿਕ ਤੱਤ। ਇਹ ਆਪਾਂ ਨੂੰ ਸ਼ਕਤੀ ਦਿੰਦੀ ਹੈ ਅਤੇ ਸਰੀਰਕ ਅੰਗਾਂ ਦੀ ਰੱਖਿਆ ਕਰਦੀ ਹੈ। ਜੇਕਰ ਜ਼ਰੂਰਤ ਤੋਂ ਜ਼ਿਆਦਾ ਖਾਣਾ ਖਾਧਾ ਜਾਵੇ ਤਾਂ ਆਦਮੀ ਮੋਟਾ ਹੋ ਜਾਂਦਾ ਹੈ। ਇਹ ਆਪਾਂ ਨੂੰ ਘਿਓ, ਤੇਲ, ਸੁੱਕੇ ਮੇਵੇ ਆਦਿ ਤੋਂ ਮਿਲਦਾ ਹੈ। ਪਹਿਲਾ ਹੈ ਪ੍ਰੋਟੀਨ। ਇਹ ਕਾਰਬਨ, ਹਾਈਡਰੋਜਨ, ਆਕਸੀਜਨ ਅਤੇ ਨਾਈਟ੍ਰੋਜਨ ਦੇ ਮੇਲ ਨਾਲ ਬਣੀ ਹੋਈ ਹੈ। ਸਿਰਫ ਪ੍ਰੋਟੀਨ ਹੀ ਭੋਜਨ ਦਾ ਇੱਕ ਅਜਿਹਾ ਪੌਸ਼ਟਿਕ ਤੱਤ ਹੈ ਜਿਸ ਵਿੱਚ ਨਾਈਟ੍ਰੋਜਨ ਹੁੰਦੀ ਹੈ। ਪ੍ਰੋਟੀਨ ਸਾਡੇ ਸਰੀਰ ਵਿੱਚ ਟੁੱਟੇ-ਫੁੱਟੇ ਤੰਤੂਆਂ ਦੀ ਮੁਰੰਮਤ ਕਰਦੀ ਹੈ ਅਤੇ ਨਵੇਂ ਤੰਤੂ ਬਣਾਉਂਦੀ ਹੈ। ਇਹ ਸਾਡੇ ਸਰੀਰ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਇਸ ਲਈ ਵੱਧ ਰਹੇ ਬੱਚਿਆਂ ਦੀ ਖੁਰਾਕ ਵਿੱਚ ਪ੍ਰੋਟੀਨ ਹੋਣੀ ਚਾਹੀਦੀ ਹੈ। ਇਸ ਦੀ ਕਮੀ ਨਾਲ ਬੱਚਿਆਂ ਦਾ ਕੱਦ ਛੋਟਾ ਰਹਿ ਜਾਂਦਾ ਹੈ। ਸੋਮੇ ਬਨਸਪਤੀ ਪ੍ਰੋਟੀਨ ਸੋਇਆਬੀਨ, ਮੂੰਗਫਲੀ, ਰਾਜਮਾ, ਛਿਲਕਿਆਂ ਵਾਲੀਆਂ ਦਾਲਾਂ, ਮਟਰ, ਫਰਾਂਸਬੀਨ ਅਤੇ ਦੂਸਰੀਆਂ ਫਲੀਆਂ ਅਤੇ ਕੁਝ ਪ੍ਰੋਟੀਨ ਅਨਾਜਾਂ ਤੋਂ ਵੀ ਮਿਲਦੀ ਹੈ, ਖਾਸ ਕਰਕੇ ਕਣਕ ਤੋਂ। ਪ੍ਰਾਣੀਜਨ ਪ੍ਰੋਟੀਨ ਅੰਡੇ, ਮੀਟ, ਮੱਛੀ, ਮੁਰਗਾ, ਦੁੱਧ, ਦਹੀਂ ਅਤੇ ਪਨੀਰ ਤੋਂ ਮਿਲਦੀ ਹੈ। ਪ੍ਰਾਣੀਜਨ ਪ੍ਰੋਟੀਨ ਬਨਸਪਤੀ ਪ੍ਰੋਟੀਨ ਤੋਂ ਚੰਗੀ ਸਮਝੀ ਜਾਂਦੀ ਹੈ। ਇਸ ਲਈ ਜਿਹੜੇ ਲੋਕ ਸ਼ਾਕਾਹਾਰੀ ਹੋਣ ਉਹਨਾਂ ਨੂੰ ਦੁੱਧ, ਦਹੀਂ ਅਤੇ ਪਨੀਰ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ। ਦੂਸਰਾ ਹੈ ਕਾਰਬੋਹਾਈਡਰੇਟ। ਇਹ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦੇ ਮਿਸ਼ਰਣ ਨਾਲ ਬਣਦੇ ਹਨ। ਇਹ ਸਾਡੇ ਸਰੀਰ ਵਿੱਚ ਜਲ ਕੇ ਗਰਮੀ ਪੈਦਾ ਕਰਦੇ ਹਨ, ਜਿਸ ਨਾਲ ਸਾਨੂੰ ਕੰਮ ਕਰਨ ਦੀ ਸ਼ਕਤੀ ਮਿਲਦੀ ਹੈ। ਦੂਸਰੇ ਭੋਜਨਾਂ ਨਾਲੋਂ ਸਸਤੇ ਹੋਣ ਦੇ ਕਾਰਨ ਗਰੀਬ ਲੋਕ ਜ਼ਿਆਦਾਤਰ ਕਾਰਬੋਹਾਈਡਰੇਟ ਦੀ ਹੀ ਵਰਤੋਂ ਕਰਦੇ ਹਨ। ਇਸ ਦੀ ਕਮੀ ਨਾਲ ਸਰੀਰ ਪਤਲਾ ਅਤੇ ਅਧਿਕਤਾ ਨਾਲ ਮੋਟਾ ਹੋ ਜਾਂਦਾ ਹੈ। ਸੋਮੇ ਸ਼ੱਕਰ ਦੇ ਰੂਪ ਵਿੱਚ ਕਾਰਬੋਹਾਈਡਰੇਟ ਗੁੜ, ਖੰਡ, ਗੰਨੇ ਦਾ ਰਸ, ਸ਼ੱਕਰ, ਸ਼ਹਿਦ, ਖਜੂਰ, ਅੰਗੂਰ ਅਤੇ ਕਿਸ਼ਮਿਸ਼ ਆਦਿ ਤੋਂ ਮਿਲਦਾ ਹੈ। ਕਣਕ, ਚੌਲ, ਆਲੂ, ਸ਼ੱਕਰਕੰਦੀ ਅਤੇ ਕੇਲੇ ਆਦਿ ਤੋਂ ਜਿਹੜਾ ਨਿਸ਼ਾਸਤਾ ਮਿਲਦਾ ਹੈ ਉਹ ਵੀ ਕਾਰਬੋਹਾਈਡਰੇਟ ਦਾ ਹੀ ਇੱਕ ਰੂਪ ਹੈ। ਤੀਸਰਾ ਹੈ ਚਿਕਨਾਈ। ਕਾਰਬੋਹਾਈਡਰੇਟ ਦੀ ਤਰ੍ਹਾਂ ਚਿਕਨਾਈ ਵੀ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦਾ ਮਿਸ਼ਰਣ ਹੁੰਦੀ ਹੈ। ਇਹ ਵੀ ਸਾਡੇ ਸਰੀਰ ਨੂੰ ਗਰਮੀ ਅਤੇ ਸ਼ਕਤੀ ਦਿੰਦੀ ਹੈ। ਚਿਕਨਾਈ ਸਰੀਰਕ ਅੰਗਾਂ ਦੀ ਰੱਖਿਆ ਕਰਦੀ ਹੈ, ਪਰ ਜੇਕਰ ਜ਼ਰੂਰਤ ਤੋਂ ਜ਼ਿਆਦਾ ਮਾਤਰਾ ਵਿੱਚ ਖਾਧੀ ਜਾਏ ਤਾਂ ਸਰੀਰ ਉੱਤੇ ਚਰਬੀ ਦੀ ਮੋਟੀ ਤਹਿ ਜੰਮ ਜਾਂਦੀ ਹੈ, ਜਿਸ ਨਾਲ ਸਰੀਰ ਮੋਟਾ ਹੋ ਜਾਂਦਾ ਹੈ ਅਤੇ ਫਿਰ ਦੌੜਨਾ ਜਾਂ ਚੱਲਣਾ ਫਿਰਨਾ ਚੰਗੀ ਤਰ੍ਹਾਂ ਨਹੀਂ ਹੋ ਸਕਦਾ। ਸੋਮੇ ਪ੍ਰਾਣੀਜਨ ਚਿਕਨਾਈ ਮੱਖਣ, ਦੇਸੀ ਘਿਓ, ਦੁੱਧ, ਮੱਛੀ ਦੇ ਤੇਲ, ਜਾਨਵਰਾਂ ਦੀ ਚਰਬੀ ਅਤੇ ਅੰਡੇ ਦੀ ਜ਼ਰਦੀ ਤੋਂ ਮਿਲਦੀ ਹੈ। ਇਸ ਨੂੰ ਬਨਸਪਤੀ ਚਿਕਨਾਈ ਤੋਂ ਚੰਗਾ ਸਮਝਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਚਿਕਨਾਈ ਵਿੱਚ ਘੁਲਣ ਵਾਲੇ ਵਿਟਾਮਿਨ, ਖਾਸ ਕਰਕੇ ਵਿਟਾਮਿਨ ਏ ਹੁੰਦੇ ਹਨ। ਬਨਸਪਤੀ ਚਿਕਨਾਈ ਤੇਲ ਅਤੇ ਤੇਲਾਂ ਦੇ ਬੀਜ, ਬਨਸਪਤੀ ਘਿਓ ਅਤੇ ਸੁੱਕੇ ਮੇਵਿਆਂ ਤੋਂ ਮਿਲਦੀ ਹੈ। ਅੱਜਕੱਲ੍ਹ ਬਨਸਪਤੀ ਘਿਓ ਵਿੱਚ ਵੀ ਵਿਟਾਮਿਨ ਏ ਅਤੇ ਡੀ ਮਿਲਾਏ ਹੁੰਦੇ ਹਨ। ਹੁਣ ਜਿਹੜਾ ਪੌਸ਼ਟਿਕ ਤੱਤ ਹੈ ਖਣਿਜ ਲੂਣ। ਆਪਣੇ ਸਰੀਰ ਨੂੰ ਕਈ ਤਰ੍ਹਾਂ ਦੇ ਖਣਿਜ ਲੂਣ ਦੀ ਜ਼ਰੂਰਤ ਪੈਂਦੀ ਹੈ, ਜਿਵੇਂ ਕੈਲਸ਼ੀਅਮ, ਫਾਸਫੋਰਸ ਅਤੇ ਲੋਹਾ। ਕੈਲਸ਼ੀਅਮ ਅਤੇ ਫਾਸਫੋਰਸ ਆਪਣੇ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਰੱਖਣ ਲਈ ਜ਼ਰੂਰੀ ਹੈ। ਇਹ ਆਪਾਂ ਨੂੰ ਦੁੱਧ, ਲੱਸੀ, ਪਨੀਰ, ਹਰੀਆਂ ਪੱਤੇ ਵਾਲੀਆਂ ਸਬਜ਼ੀਆਂ ਤੋਂ ਮਿਲਦਾ ਹੈ। ਲੋਹਾ ਜਿਹੜਾ ਹੈਗਾ ਇਹ ਆਪਣੇ ਖੂਨ ਨੂੰ ਲਾਲ ਰੰਗ ਦਿੰਦਾ ਹੈ। ਜੇਕਰ ਇਸ ਦੀ ਕਮੀ ਹੋ ਜਾਵੇ ਤਾਂ ਖੂਨ ਦੀ ਕਮੀ ਹੋ ਜਾਂਦੀ ਹੈ ਅਤੇ ਅਨੀਮੀਆ ਨਾਮ ਦਾ ਰੋਗ ਹੋ ਜਾਂਦਾ ਹੈ। ਇਹ ਆਪਾਂ ਨੂੰ ਮੀਟ, ਅੰਡੇ ਅਤੇ ਹਰੇ ਪੱਤੇ ਵਾਲੀ ਸਬਜ਼ੀਆਂ ਅਤੇ ਫਲਾਂ ਤੋਂ ਮਿਲਦਾ ਹੈ। ਖਣਿਜ ਲੂਣ। ਸਾਡੇ ਸਰੀਰ ਨੂੰ ਕਈ ਪ੍ਰਕਾਰ ਦੇ ਖਣਿਜ ਲੂਣਾਂ ਦੀ ਜ਼ਰੂਰਤ ਪੈਂਦੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾ ਮਹੱਤਵਪੂਰਨ ਹੇਠ ਲਿਖੇ ਹਨ। ਪਹਿਲਾ ਹੈ ਕੈਲਸ਼ੀਅਮ ਅਤੇ ਫਾਸਫੋਰਸ। ਇਹ ਦੋਨੋਂ ਖਣਿਜ ਲੂਣ ਸਾਡੀਆਂ ਹੱਡੀਆਂ ਅਤੇ ਦੰਦਾਂ ਦੇ ਨਿਰਮਾਣ ਅਤੇ ਹੱਡੀਆਂ ਦੇ ਵਿਕਾਸ ਲਈ ਜ਼ਰੂਰੀ ਹਨ। ਫਾਸਫੋਰਸ ਤੰਤੂਆਂ ਦੇ ਨਿਰਮਾਣ ਵਾਸਤੇ ਵੀ ਜ਼ਰੂਰੀ ਹੈ। ਬਹੁਤ ਸਾਰੇ ਭੋਜਨ ਜੋ ਅਸੀਂ ਖਾਂਦੇ ਹਾਂ ਉਹਨਾਂ ਤੋਂ ਫਾਸਫੋਰਸ ਮਿਲ ਜਾਂਦਾ ਹੈ। ਇਸ ਲਈ ਇਸ ਖਣਿਜ ਲੂਣ ਦੀ ਆਮ ਤੌਰ 'ਤੇ ਸਰੀਰ ਵਿੱਚ ਕਮੀ ਨਹੀਂ ਹੁੰਦੀ। ਕੈਲਸ਼ੀਅਮ ਦੀ ਕਮੀ ਨਾਲ ਹੱਡੀਆਂ ਅਤੇ ਦੰਦ ਕਮਜ਼ੋਰ ਹੋ ਜਾਂਦੇ ਹਨ। ਹੱਡੀਆਂ ਨਰਮ ਹੋ
ਕੇ ਮੁੜ ਜਾਂਦੀਆਂ ਹਨ ਅਤੇ ਟੇਢੀਆਂ ਹੋ ਜਾਂਦੀਆਂ ਹਨ। ਸੋਮੇ ਕੈਲਸ਼ੀਅਮ ਜ਼ਿਆਦਾਤਰ ਦੁੱਧ, ਲੱਸੀ, ਪਨੀਰ, ਹਰੀਆਂ ਪੱਤੇ ਵਾਲੀਆਂ ਸਬਜ਼ੀਆਂ ਵਿੱਚੋਂ ਮਿਲਦਾ ਹੈ। ਚੌਲਾਂ ਤੋਂ ਇਲਾਵਾ ਦੂਸਰੇ ਅਨਾਜਾਂ ਵਿੱਚ ਕੈਲਸ਼ੀਅਮ ਦੀ ਕਾਫੀ ਮਾਤਰਾ ਹੁੰਦੀ ਹੈ। ਫਾਸਫੋਰਸ ਚੌਲਾਂ ਵਿੱਚ ਸਮੇਤ ਸਾਰੇ ਅਨਾਜਾਂ ਅਤੇ ਦਾਲਾਂ ਵਿੱਚੋਂ ਮਿਲਦਾ ਹੈ। ਦੁੱਧ ਵਿੱਚ ਕੈਲਸ਼ੀਅਮ ਨਾਲੋਂ ਫਾਸਫੋਰਸ ਦੀ ਮਾਤਰਾ ਘੱਟ ਹੁੰਦੀ ਹੈ। ਲੋਹਾ ਬੇਸ਼ੱਕ ਸਾਡੇ ਸਰੀਰ ਵਿੱਚ ਲੋਹੇ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ, ਪਰ ਇਸ ਦੀ ਹੋਂਦ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਇਹ ਖੂਨ ਨੂੰ ਲਾਲ ਰੰਗ ਦਿੰਦਾ ਹੈ, ਜਿਸ ਕਰਕੇ ਇਹ ਲਾਲ ਕਣ ਫੇਫੜਿਆਂ ਵਿੱਚੋਂ ਆਕਸੀਜਨ ਖਿੱਚ ਕੇ ਸਾਰੇ ਅੰਗਾਂ ਨੂੰ ਦਿੰਦੇ ਹਨ ਅਤੇ ਕਾਰਬਨ ਡਾਈਆਕਸਾਈਡ ਨੂੰ ਫੇਫੜਿਆਂ ਤੋਂ ਬਾਹਰ ਕੱਢਦੇ ਹਨ। ਇਸ ਦੀ ਕਮੀ ਨਾਲ ਸਰੀਰ ਦੇ ਅੰਗਾਂ ਨੂੰ ਪੂਰੀ ਆਕਸੀਜਨ ਨਹੀਂ ਮਿਲਦੀ ਅਤੇ ਖੂਨ ਦਾ ਰੰਗ ਪੀਲਾ ਹੋ ਜਾਂਦਾ ਹੈ। ਲੋਹੇ ਦੀ ਕਮੀ ਨਾਲ ਅਨੀਮੀਆ ਨਾਂ ਦਾ ਰੋਗ ਹੋ ਜਾਂਦਾ ਹੈ। ਸੋਮੇ ਇਹ ਮੀਟ ਖਾਸ ਕਰਕੇ ਗੁਰਦਾਂ ਅਤੇ ਕਲੇਜੀ ਅਤੇ ਅੰਡੇ ਦੀ ਜ਼ਰਦੀ ਤੋਂ ਮਿਲਦਾ ਹੈ। ਇਸ ਤੋਂ ਇਲਾਵਾ ਹਰੇ ਪੱਤੇ ਵਾਲੀਆਂ ਸਬਜ਼ੀਆਂ, ਸੋਇਆਬੀਨ, ਗੁੜ, ਬੈਂਗਣ, ਸੇਬ ਅਤੇ ਨਾਸਪਤੀ ਆਦਿ ਤੋਂ ਵੀ ਮਿਲਦਾ ਹੈ। ਕੈਲਸ਼ੀਅਮ, ਫਾਸਫੋਰਸ ਅਤੇ ਲੋਹੇ ਤੋਂ ਇਲਾਵਾ ਹੋਰ ਵੀ ਕਈ ਖਣਿਜ ਲੂਣ ਜਿਵੇਂ ਕਿ ਤਾਂਬਾ, ਸੋਡੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਸਲਫਰ, ਕਲੋਰੀਨ ਅਤੇ ਆਇਓਡੀਨ ਦੀ ਵੀ ਸਰੀਰ ਨੂੰ ਜ਼ਰੂਰਤ ਹੁੰਦੀ ਹੈ। ਪਰ ਆਮ ਤੌਰ 'ਤੇ ਇਹ ਵੇਖਿਆ ਗਿਆ ਹੈ ਕਿ ਜਿਨ੍ਹਾਂ ਭੋਜਨਾਂ ਵਿੱਚ ਕੈਲਸ਼ੀਅਮ, ਫਾਸਫੋਰਸ ਅਤੇ ਲੋਹੇ ਦੀ ਠੀਕ ਮਾਤਰਾ ਹੋਵੇ, ਉਹਨਾਂ ਹੀ ਭੋਜਨਾਂ ਨੂੰ ਤੋਂ ਦੂਸਰੇ ਖਣਿਜ ਲੂਣ ਵੀ ਕਾਫੀ ਮਿਲ ਜਾਂਦੇ ਹਨ। ਸੋਡੀਅਮ ਅਤੇ ਕਲੋਰੀਨ ਜ਼ਿਆਦਾ ਭੋਜਨਾਂ ਵਿੱਚ ਨਹੀਂ ਪਾਈ ਜਾਂਦੀ ਅਤੇ ਇਹਨਾਂ ਦੋਹਾਂ ਦੀ ਸਾਡੇ ਸਰੀਰ ਨੂੰ ਕਾਫੀ ਮਾਤਰਾ ਵਿੱਚ ਲੋੜ ਹੁੰਦੀ ਹੈ। ਸੋਡੀਅਮ ਦੀ ਜ਼ਰੂਰਤ ਨਮਕ ਤੋਂ ਪੂਰੀ ਹੋ ਜਾਂਦੀ ਹੈ, ਇਸ ਲਈ ਸਾਨੂੰ ਖਾਣੇ ਵਿੱਚ ਨਮਕ ਦੀ ਵਰਤੋਂ ਕਰਨੀ ਪੈਂਦੀ ਹੈ। ਇਹ ਵੀ ਵੇਖਿਆ ਗਿਆ ਹੈ ਕਿ ਜਿਸ ਜ਼ਮੀਨ ਵਿੱਚ ਆਇਓਡੀਨ ਦੀ ਕਮੀ ਹੋਵੇ, ਉੱਥੋਂ ਦੇ ਲੋਕਾਂ ਨੂੰ ਗਿੱਲੜ ਦੀ ਬਿਮਾਰੀ ਹੋ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਪਾਣੀ ਜਾਂ ਸਬਜ਼ੀਆਂ ਤੋਂ ਆਇਓਡੀਨ ਨਹੀਂ ਮਿਲਦੀ। ਇਸ ਲਈ ਅਜਿਹੀਆਂ ਥਾਵਾਂ 'ਤੇ ਰਹਿਣ ਵਾਲੇ ਲੋਕਾਂ ਨੂੰ ਆਇਓਡਾਈਜ਼ਡ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ। ਹੁਣ ਵਿਟਾਮਿਨ ਜਿਹੜੇ ਹੈਗੇ ਉਹ 6 ਤਰ੍ਹਾਂ ਦੇ ਹੁੰਦੇ ਹੈ। ਵਿਟਾਮਿਨ A, B, C, D, E ਅਤੇ K। B ਅਤੇ C ਜਿਹੜੇ ਹੈਗੇ ਉਹ ਪਾਣੀ ਵਿੱਚ ਘੁਲਣਸ਼ੀਲ ਵਾਲੇ ਵਿਟਾਮਿਨ ਹੈ। ਇਸ ਨੂੰ ਯਾਦ ਰੱਖਣ ਲਈ ਤੁਸੀਂ ਇੱਕ ਟ੍ਰਿਕ ਹੈਗੀ ਕਿ ਗਈ ਭੈਂਸ ਪਾਣੀ ਮੇਂ, ਭੈ ਸੇ B, ਸੈ ਸੇ C, ਪਾਣੀ ਵਿੱਚ ਘੁਲਣ ਵਾਲੇ B ਤੇ C। ਅਤੇ ਇਸ ਤੋਂ ਇਲਾਵਾ ਜਿਹੜੇ ਹੈਗੇ A, D, E, K ਇਹ ਚਰਬੀ ਵਿੱਚ ਘੁਲਣ ਵਾਲੇ ਹਨ। ਵਿਟਾਮਿਨ A ਜਿਹੜਾ ਹੈਗਾ ਉਹ ਆਪਣੀ ਅੱਖਾਂ ਅਤੇ ਚਮੜੀ ਲਈ ਜ਼ਰੂਰੀ ਹੈ। ਇਸ ਦੀ ਕਮੀ ਨਾਲ ਅੰਧਰਾਤਾ ਨਾਂ ਦਾ ਰੋਗ ਹੋ ਜਾਂਦਾ ਹੈ। ਇਹ ਆਪਾਂ ਨੂੰ ਲਾਲ, ਪੀਲੇ ਫਲ ਅਤੇ ਹਰੀ ਸਬਜ਼ੀਆਂ ਤੋਂ ਮਿਲਦਾ ਹੈ। ਫਿਰ ਵਿਟਾਮਿਨ B ਭੋਜਨ ਦੇ ਦੂਸਰੇ ਪੌਸ਼ਟਿਕ ਤੱਤਾਂ ਨੂੰ ਪਚਾਉਣ ਲਈ ਵਿੱਚ ਮਦਦ ਕਰਦਾ ਹੈ। ਇਸ ਦੀ ਕਮੀ ਨਾਲ ਬੇਰੀ ਨਾਮ ਦਾ ਰੋਗ ਹੋ ਜਾਂਦਾ ਹੈ। ਸਰੀਰ ਦੁਬਲਾ ਪਤਲਾ ਹੋ ਜਾਂਦਾ ਹੈ। ਇਹ ਆਪਾਂ ਨੂੰ ਦਾਲਾਂ ਦੇ ਛਿਲਕਿਆਂ, ਅਨਾਜਾਂ ਦੇ ਛਿਲਕਿਆਂ ਤੋਂ ਮਿਲਦਾ ਹੈ। ਫਿਰ ਹੈ ਵਿਟਾਮਿਨ C। ਇਹ ਮਸੂੜਿਆਂ ਲਈ ਜ਼ਰੂਰੀ ਹੈ। ਜ਼ਖਮ ਨੂੰ ਵੀ ਜਲਦੀ ਭਰਦਾ ਹੈ। ਇਸ ਦੀ ਕਮੀ ਨਾਲ ਸਕਰਵੀ ਨਾਮ ਦਾ ਰੋਗ ਹੋ ਜਾਂਦਾ ਹੈ, ਜਿਸ ਵਿੱਚ ਮਸੂੜੇ ਪੱਕ ਜਾਂਦੇ ਹਨ ਅਤੇ ਲਾਲ ਹੋ ਜਾਂਦੇ ਹਨ। ਇਹ ਖੱਟੇ ਫਲ ਜਿਵੇਂ ਨਿੰਬੂ, ਸੰਤਰਾ, ਆਂਵਲਾ, ਮੌਸਮੀ ਆਦਿ ਤੋਂ ਮਿਲਦਾ ਹੈ। ਵਿਟਾਮਿਨ D ਇਹ ਹੱਡੀਆਂ ਲਈ ਜ਼ਰੂਰੀ ਹੈ। ਇਸ ਦੀ ਕਮੀ ਨਾਲ ਰਿਕੇਟਸ ਨਾਮ ਦਾ ਰੋਗ ਹੋ ਜਾਂਦਾ ਹੈ, ਜਿਹਦੇ ਵਿੱਚ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ ਅਤੇ ਜਲਦੀ ਟੁੱਟ ਜਾਂਦੀਆਂ ਨੇ। ਇਹ ਆਪਾਂ ਨੂੰ ਸੂਰਜ ਦੀ ਰੋਸ਼ਨੀ ਤੋਂ ਮਿਲਦਾ ਹੈ। ਇਸ ਤੋਂ ਇਲਾਵਾ ਅੰਡੇ ਦੀ ਜ਼ਰਦੀ, ਕਲੇਜੀ, ਦੁੱਧ, ਮੱਛੀ ਦੇ ਤੇਲ ਤੋਂ ਵੀ ਮਿਲਦਾ ਹੈ। ਹੁਣ ਜਿਹੜਾ ਹੈ ਪਾਣੀ ਤੋਂ ਬਿਨਾਂ ਕੋਈ ਵੀ ਜੀਵ ਜਿਉਂਦਾ ਨਹੀਂ ਰਹਿ ਸਕਦਾ। ਆਪਣਾ ਸਰੀਰ ਲਗਭਗ 65% ਪਾਣੀ ਨਾਲ ਹੀ ਬਣਿਆ ਹੋਇਆ ਹੈ। ਇਹ ਆਪਾਂ ਨੂੰ ਫਲ, ਸਬਜ਼ੀਆਂ, ਦੁੱਧ, ਲੱਸੀ, ਜੂਸ ਆਦਿ ਤੋਂ ਮਿਲਦਾ ਹੈ। ਇਸ ਤੋਂ ਇਲਾਵਾ ਜੋ ਪਾਣੀ ਆਪਾਂ ਪੀਂਦੇ ਹਾਂ, ਉਹ ਪਾਣੀ ਵੀ ਆਪਣਾ ਪੌਸ਼ਟਿਕ ਤੱਤ ਹੀ ਹੁੰਦਾ ਹੈ। ਆਪਾਂ ਨੂੰ ਰੋਜ਼ ਦੇ 8 ਤੋਂ 10 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਹੁਣ ਬੁੱਕ ਵਿੱਚੋਂ ਪਾਠ ਪੜ੍ਹਨਾ ਹੈ ਵਿਟਾਮਿਨ। ਬੇਸ਼ੱਕ ਸਾਡੇ ਭੋਜਨ ਵਿੱਚ ਬਾਕੀ ਸਾਰੇ ਤੱਤ ਸ਼ਾਮਿਲ ਹੋਣ, ਤਾਂ ਵੀ ਜੇਕਰ ਵਿਟਾਮਿਨ ਦੀ ਕਮੀ ਹੋਵੇ ਤਾਂ ਸਰੀਰ ਠੀਕ ਤਰ੍ਹਾਂ ਵੱਧਦਾ ਫੁੱਲਦਾ ਨਹੀਂ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਵਿਟਾਮਿਨ 2 ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਪਾਣੀ ਵਿੱਚ ਘੁਲਣ ਵਾਲੇ ਜਿਵੇਂ ਵਿਟਾਮਿਨ B ਅਤੇ ਵਿਟਾਮਿਨ C। ਦੂਜਾ ਚਿਕਨਾਈ ਵਿੱਚ ਘੁਲਣ ਵਾਲੇ ਜਿਵੇਂ ਵਿਟਾਮਿਨ A, D, E, K ਆਦਿ। ਹੁਣ ਵਿਟਾਮਿਨ A ਇਹ ਵਿਟਾਮਿਨ ਚਿਕਨਾਈ ਵਿੱਚ ਘੁਲਣ ਵਾਲਾ ਹੈ। ਇਹ ਸਾਡੀਆਂ ਅੱਖਾਂ ਵਾਸਤੇ ਬਹੁਤ ਜ਼ਰੂਰੀ ਹੈ। ਇਸ ਦੀ ਕਮੀ ਨਾਲ ਰੰਗਾਂ ਦੀ ਚੰਗੀ ਤਰ੍ਹਾਂ ਪਛਾਣ ਨਹੀਂ ਹੋ ਸਕਦੀ। ਘੱਟ ਰੋਸ਼ਨੀ ਵਿੱਚ ਨਜ਼ਰ ਨਹੀਂ ਆਉਂਦਾ। ਜੇਕਰ ਧਿਆਨ ਨਾ ਕੀਤਾ ਜਾਏ ਅਤੇ ਜ਼ਿਆਦਾ ਦੇਰ ਇਸ ਦੀ ਭੋਜਨ ਵਿੱਚ ਕਮੀ ਹੋਵੇ ਤਾਂ ਅੱਖਾਂ ਦੀ ਨਜ਼ਰ ਬਿਲਕੁਲ ਹੀ ਖਰਾਬ ਹੋ ਜਾਂਦੀ ਹੈ। ਸੋਮੇ ਵਿਟਾਮਿਨ A ਦੁੱਧ, ਮੱਖਣ,
ਦੇਸੀ ਘਿਓ ਅਤੇ ਅੰਡੇ ਦੀ ਜ਼ਰਦੀ ਤੋਂ ਮਿਲਦਾ ਹੈ। ਇਸ ਤੋਂ ਇਲਾਵਾ ਲਾਲ, ਪੀਲੀਆਂ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਫਲ ਜਿਵੇਂ ਗਾਜਰ, ਕਾਸ਼ੀ ਫਲ, ਹਰੀਆਂ ਪੱਤੇ ਵਾਲੀਆਂ ਸਬਜ਼ੀਆਂ, ਅੰਬ, ਪਪੀਤੇ ਅਤੇ ਜਾਪਾਨੀ ਫਲ ਜਿਵੇਂ ਕੈਰੋਟੀਨ ਹੁੰਦਾ ਹੈ, ਜੋ ਕਿ ਸਾਡੇ ਸਰੀਰ ਵਿੱਚ ਜਾ ਕੇ ਵਿਟਾਮਿਨ ਏ ਵਿੱਚ ਬਦਲ ਜਾਂਦਾ ਹੈ। ਵਿਟਾਮਿਨ ਬੀ, ਇਹ ਵਿਟਾਮਿਨ ਪਾਣੀ ਵਿੱਚ ਘੁਲਣਸ਼ੀਲ ਹੈ। ਇਹ ਕਈ ਤਰ੍ਹਾਂ ਦਾ ਹੁੰਦਾ ਹੈ, ਜਿਸ ਲਈ ਇਸ ਨੂੰ ਬੀ ਕੰਪਲੈਕਸ ਕਹਿੰਦੇ ਹਨ। ਇਸ ਨਾਲ ਭੁੱਖ ਲੱਗਦੀ ਹੈ। ਇਹ ਭੋਜਨ ਦੇ ਦੂਸਰੇ ਪੌਸ਼ਟਿਕ ਤੱਤਾਂ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ ਅਤੇ ਚਮੜੀ ਦੇ ਰੋਗਾਂ ਤੋਂ ਬਚਾਉਂਦਾ ਹੈ। ਇਹ ਸਾਡੇ ਪੱਠਿਆਂ ਅਤੇ ਨਾੜੀਆਂ ਵਾਸਤੇ ਵੀ ਜ਼ਰੂਰੀ ਸਮਝਿਆ ਜਾਂਦਾ ਹੈ। ਵਿਟਾਮਿਨ ਬੀ ਦੀ ਕਮੀ ਨਾਲ ਬੇਰੀ-ਬੇਰੀ ਨਾਂ ਦਾ ਰੋਗ ਹੋ ਜਾਂਦਾ ਹੈ, ਜਿਸ ਵਿੱਚ ਲੱਤਾਂ ਸੁੱਕ ਜਾਂ ਫੁੱਲ ਜਾਂਦੀਆਂ ਹਨ। ਦੋਹਾਂ ਹੀ ਹਾਲਤਾਂ ਵਿੱਚ ਲੱਤਾਂ ਦਾ ਅਧਰੰਗ ਹੋ ਜਾਂਦਾ ਹੈ ਅਤੇ ਆਦਮੀ ਚੱਲ ਫਿਰ ਨਹੀਂ ਸਕਦਾ। ਸੋਮੇ, ਵਿਟਾਮਿਨ ਬੀ ਦੇ ਸੋਮੇ ਹੈ। ਅਨਾਜ, ਦਾਲਾਂ, ਸੁੱਕੇ ਮੇਵੇ ਅਤੇ ਮੂੰਗਫਲੀ ਵਿੱਚ ਕਾਫੀ ਵਿਟਾਮਿਨ ਬੀ ਹੁੰਦਾ ਹੈ। ਅਨਾਜਾਂ ਅਤੇ ਦਾਲਾਂ ਦੇ ਛਿਲਕੇ ਦੇ ਨੇੜੇ ਹੀ ਇਹ ਵਿਟਾਮਿਨ ਹੁੰਦਾ ਹੈ, ਇਸ ਲਈ ਇਹਨਾਂ ਦਾ ਉੱਪਰਲਾ ਛਿਲਕਾ ਉਤਾਰਨ ਨਾਲ ਵਿਟਾਮਿਨ ਬੀ ਨਸ਼ਟ ਹੋ ਜਾਂਦਾ ਹੈ। ਇਹ ਵਿਟਾਮਿਨ ਕਿਉਂਕਿ ਪਾਣੀ ਵਿੱਚ ਘੁਲਣਸ਼ੀਲ ਹੈ, ਇਸ ਲਈ ਪਾਣੀ ਵਿੱਚ ਦਾਲਾਂ ਜਾਂ ਅਨਾਜਾਂ ਨੂੰ ਭਿਓਂ ਕੇ ਜਾਂ ਪਕਾ ਕੇ ਉਹ ਪਾਣੀ ਸੁੱਟ ਦੇਣ ਨਾਲ ਵਿਟਾਮਿਨ ਬੀ ਵੀ ਨਾਲ ਹੀ ਪਾਣੀ ਵਿੱਚ ਚਲਾ ਜਾਂਦਾ ਹੈ। ਵਿਟਾਮਿਨ ਸੀ, ਇਹ ਵਿਟਾਮਿਨ ਬੀ ਪਾਣੀ ਵਿੱਚ ਘੁਲਣਸ਼ੀਲ ਹੈ। ਇਸ ਦੀ ਕਮੀ ਨਾਲ ਮਸੂੜਿਆਂ ਵਿੱਚੋਂ ਖੂਨ ਨਿਕਲਣ ਲੱਗ ਜਾਂਦਾ ਹੈ ਅਤੇ ਜ਼ਖਮ ਜਲਦੀ ਠੀਕ ਨਹੀਂ ਹੁੰਦਾ। ਜੇਕਰ ਜ਼ਿਆਦਾ ਦੇਰ ਤੱਕ ਕਮੀ ਰਹੇ ਤਾਂ ਸਕਰਵੀ ਨਾਂ ਦਾ ਰੋਗ ਹੋ ਜਾਂਦਾ ਹੈ। ਸੋਮੇ, ਇਹ ਤਕਰੀਬਨ ਸਾਰੀਆਂ ਹੀ ਤਾਜ਼ੀਆਂ ਸਬਜ਼ੀਆਂ ਅਤੇ ਫਲਾਂ ਤੋਂ ਮਿਲਦਾ ਹੈ। ਜ਼ਿਆਦਾਤਰ ਵਿਟਾਮਿਨ ਸੀ ਆਮਲੇ, ਅਮਰੂਦ, ਸੰਤਰਾ, ਮਾਲਟਾ, ਨਿੰਬੂ, ਚਕੋਤਰਾ ਅਤੇ ਹਰੀਆਂ ਪੱਤੇ ਵਾਲੀਆਂ ਸਬਜ਼ੀਆਂ ਤੋਂ ਮਿਲਦਾ ਹੈ। ਅਨਾਜਾਂ ਵਿੱਚ ਅਤੇ ਦਾਲਾਂ ਵਿੱਚ ਵਿਟਾਮਿਨ ਸੀ ਨਹੀਂ ਹੁੰਦਾ, ਪਰ ਜੇਕਰ ਇਹਨਾਂ ਨੂੰ ਪੁੰਗਰਾ ਲਿਆ ਜਾਵੇ ਤਾਂ ਇਹਨਾਂ ਵਿੱਚ ਵੀ ਵਿਟਾਮਿਨ ਸੀ ਪੈਦਾ ਹੋ ਜਾਂਦਾ ਹੈ। ਵਿਟਾਮਿਨ ਸੀ ਬਹੁਤ ਜਲਦੀ ਨਸ਼ਟ ਹੋ ਜਾਂਦਾ ਹੈ, ਇਸ ਲਈ ਜਿੱਥੋਂ ਤੱਕ ਹੋ ਸਕੇ ਸਬਜ਼ੀਆਂ ਅਤੇ ਫਲ ਤੋੜਨ ਤੋਂ ਮਗਰੋਂ ਜਲਦੀ ਹੀ ਕੱਚੇ ਖਾ ਲੈਣੇ ਚਾਹੀਦੇ ਹਨ। ਜਿਨ੍ਹਾਂ ਸਬਜ਼ੀਆਂ ਨੂੰ ਪਕਾਉਣਾ ਜ਼ਰੂਰੀ ਹੋਵੇ ਉਹਨਾਂ ਨੂੰ ਥੋੜ੍ਹੇ ਜਿਹੇ ਪਾਣੀ ਵਿੱਚ ਅਤੇ ਉਨੀ ਹੀ ਦੇਰ ਪਕਾਓ ਜਿੰਨੀ ਦੇਰ ਜ਼ਰੂਰੀ ਹੈ। ਸਬਜ਼ੀਆਂ ਅਤੇ ਫਲਾਂ ਨੂੰ ਸੁਕਾ ਕੇ ਰੱਖਣ ਨਾਲ ਉਹਨਾਂ ਦਾ ਵਿਟਾਮਿਨ ਸੀ ਖਤਮ ਹੋ ਜਾਂਦਾ ਹੈ। ਮੀਟ ਅਤੇ ਦੁੱਧ ਵਿੱਚ ਵਿਟਾਮਿਨ ਸੀ ਨਾ ਦੇ ਬਰਾਬਰ ਹੁੰਦਾ ਹੈ। ਵਿਟਾਮਿਨ ਡੀ, ਇਹ ਚਰਬੀ ਵਿੱਚ ਘੁਲਣਸ਼ੀਲ ਹੈ। ਇਸ ਦੀ ਘਾਟ ਨਾਲ ਕੈਲਸ਼ੀਅਮ ਅਤੇ ਫਾਸਫੋਰਸ ਠੀਕ ਤਰ੍ਹਾਂ ਨਹੀਂ ਪਚਦੇ ਅਤੇ ਨਾ ਹੀ ਆਪਣਾ ਕੰਮ ਕਰ ਸਕਦੇ ਹਨ, ਜਿਸ ਕਰਕੇ ਹੱਡੀਆਂ ਨਰਮ ਹੋ ਕੇ ਮੁੜ ਜਾਂਦੀਆਂ ਹਨ। ਜਿਨ੍ਹਾਂ ਬੱਚਿਆਂ ਵਿੱਚ ਕੈਲਸ਼ੀਅਮ ਜਾਂ ਵਿਟਾਮਿਨ ਡੀ ਦੀ ਕਮੀ ਹੋਵੇ ਉਹਨਾਂ ਨੂੰ ਰਿਕੇਟਸ ਨਾਂ ਦਾ ਰੋਗ ਹੋ ਜਾਂਦਾ ਹੈ। ਹੱਡੀਆਂ ਕਮਜ਼ੋਰ ਹੋ ਕੇ ਸਰੀਰ ਦਾ ਭਾਰ ਨਹੀਂ ਸਹਾਰ ਸਕਦੀਆਂ ਅਤੇ ਟੇਢੀਆਂ ਹੋ ਜਾਂਦੀਆਂ ਹਨ। ਸੋਮੇ, ਵਿਟਾਮਿਨ ਡੀ ਕਲੇਜੀ, ਅੰਡੇ ਦੀ ਜ਼ਰਦੀ, ਦੁੱਧ ਅਤੇ ਮੱਖਣ ਤੋਂ ਮਿਲਦਾ ਹੈ। ਸਭ ਤੋਂ ਜ਼ਿਆਦਾ ਵਿਟਾਮਿਨ ਡੀ ਮੱਛੀ ਦੇ ਤੇਲ ਤੋਂ ਮਿਲਦਾ ਹੈ। ਜਦੋਂ ਸਰੀਰ ਦੇ ਨੰਗੇ ਹਿੱਸਿਆਂ ਉੱਤੇ ਸੂਰਜ ਦੀਆਂ ਰੋਜ਼ ਕਿਰਨਾਂ ਪੈਂਦੀਆਂ ਹਨ ਤਾਂ ਉਹ ਸਰੀਰ ਵਿੱਚ ਜਾ ਕੇ ਵਿਟਾਮਿਨ ਡੀ ਬਣਾਉਂਦੀਆਂ ਹਨ। ਇਸ ਲਈ ਭਾਰਤ ਵਿੱਚ ਵਿਟਾਮਿਨ ਡੀ ਦੀ ਘਾਟ ਸਿਰਫ ਉਹਨਾਂ ਬੱਚਿਆਂ ਵਿੱਚ ਹੀ ਹੋ ਸਕਦੀ ਹੈ ਜਿਹੜੇ ਹਨੇਰੇ ਅਤੇ ਬੰਦ ਘਰਾਂ ਵਿੱਚ ਰਹਿੰਦੇ ਹੋਣ ਅਤੇ ਕਿਸੇ ਕਾਰਨ ਘਰ ਤੋਂ ਬਾਹਰ ਨਾ ਜਾਣ ਜਾਂ ਫਿਰ ਕੈਲਸ਼ੀਅਮ ਦੀ ਕਮੀ ਨਾਲ ਉਹਨਾਂ ਨੂੰ ਸੋਕਾ ਜਾਂ ਪਰਛਾਵਾਂ ਹੋ ਜਾਂਦਾ ਹੈ। ਪਾਣੀ, ਬੇਸ਼ੱਕ ਪਾਣੀ ਨੂੰ ਭੋਜਨ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਨਾ ਤਾਂ ਸਾਡੇ ਤੰਤੂ ਬਣਾਉਂਦਾ ਹੈ ਅਤੇ ਨਾ ਹੀ ਸਰੀਰ ਨੂੰ ਸ਼ਕਤੀ ਦਿੰਦਾ ਹੈ, ਪਰ ਫਿਰ ਵੀ ਇਸ ਦੇ ਨਾ ਹੋਣ ਨਾਲ ਮਨੁੱਖ ਕੁਝ ਦਿਨਾਂ ਤੋਂ ਵੱਧ ਜਿਉਂਦਾ ਨਹੀਂ ਰਹਿ ਸਕਦਾ। ਸਾਡੇ ਸਰੀਰ ਦੇ ਭਾਰ ਦਾ ਤਕਰੀਬਨ 65% ਭਾਗ ਪਾਣੀ ਹੀ ਹੁੰਦਾ ਹੈ। ਸਾਨੂੰ ਸਬਜ਼ੀਆਂ, ਫਲਾਂ, ਦੁੱਧ, ਦਹੀਂ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਤੋਂ ਕਾਫੀ ਮਾਤਰਾ ਵਿੱਚ ਪਾਣੀ ਮਿਲ ਜਾਂਦਾ ਹੈ, ਪਰ ਫਿਰ ਵੀ ਇਹਨਾਂ ਤੋਂ ਸਾਡੀ ਜ਼ਰੂਰਤ ਪੂਰੀ ਨਹੀਂ ਹੁੰਦੀ। ਇਸ ਲਈ ਦਿਨ ਵਿੱਚ 8 ਤੋਂ 10 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਜਿਹੜੇ ਲੋਕ ਜ਼ਿਆਦਾ ਚਾਹ, ਕਾਫੀ, ਦੁੱਧ, ਸੂਪ ਜਾਂ ਕੋਈ ਹੋਰ ਪਾਣੀ ਵਾਲੀ ਚੀਜ਼ ਲੈਂਦੇ ਹਨ ਉਹ ਪਾਣੀ ਦੀ ਮਾਤਰਾ ਘਟਾ ਸਕਦੇ ਹਨ। ਜਿਹੜਾ ਪਾਣੀ ਟੱਟੀ, ਪਿਸ਼ਾਬ ਜਾਂ ਪਸੀਨੇ ਜਾਂ ਸਾਹ ਰਾਹੀਂ ਨਿਕਲਦਾ ਹੈ ਉਸ ਨੂੰ ਪੂਰਾ ਕਰਨਾ ਜ਼ਰੂਰੀ ਹੈ। ਪਾਣੀ ਸਾਡੇ ਭੋਜਨ ਨੂੰ ਤਰਲ ਬਣਾਉਂਦਾ ਹੈ, ਜਿਸ ਨਾਲ ਇਹ ਹਜ਼ਮ ਹੋ ਜਾਂਦਾ ਹੈ ਅਤੇ ਇੱਕ ਤੋਂ ਦੂਸਰੀ ਥਾਂ ਆਸਾਨੀ ਨਾਲ ਜਾ ਸਕਦਾ ਹੈ। ਪਾਣੀ ਸਾਡੇ ਸਰੀਰ ਵਿੱਚੋਂ ਫਾਲਤੂ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਪਾਣੀ ਸਰੀਰ ਦਾ ਤਾਪਮਾਨ ਠੀਕ ਰੱਖਣ ਅਤੇ ਖੂਨ ਦੌਰੇ ਨੂੰ ਠੀਕ ਰੱਖਣ ਵਾਸਤੇ ਵੀ ਜ਼ਰੂਰੀ ਹੈ। ਗਰਮੀਆਂ ਦੇ ਦਿਨਾਂ ਵਿੱਚ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਜ਼ਿਆਦਾ ਪਾਣੀ ਪੀਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਅੱਛਾ ਬੱਚੋ, ਆਪਣਾ ਇਹ ਦੂਸਰਾ ਪਾਠ ਭੋਜਨ ਦੇ ਕੰਮ, ਤੱਤ ਅਤੇ ਉਹਨਾਂ ਦੇ ਸੋਮੇ ਇੱਥੇ ਹੀ ਖਤਮ ਹੁੰਦਾ ਹੈ। ਇਸ ਦੇ ਪ੍ਰਸ਼ਨ ਉੱਤਰ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ। ਤੁਸੀਂ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋਗੇ। ਕਮੈਂਟ ਬਾਕਸ 'ਚ ਕਮੈਂਟ ਵੀ ਕਰੋਗੇ ਕਿ ਤੁਹਾਨੂੰ ਮੇਰੀ ਵੀਡੀਓ ਕਿਹੋ ਜਿਹੀ ਲੱਗੀ। ਜਿਨ੍ਹਾਂ ਨੇ ਮੇਰੀ ਵੀਡੀਓ ਦੇਖੀ ਉਹਨਾਂ ਸਾਰਿਆਂ ਦਾ ਧੰਨਵਾਦ।